हाँ जी, मेरे पेरेंट्स ਦਾ ਵਿਜ਼ਟਰ ਵੀਜ਼ਾ ਅਪਰੂਵ ਹੋਇਆ 13 ਦਿਨਾਂ ਦੇ ਵਿੱਚ। ਸੋ ਮੈਂ ਤੁਹਾਡੇ ਨਾਲ ਆਪਣਾ ਐਕਸਪੀਰੀਅੰਸ ਸ਼ੇਅਰ ਕਰਦੀ ਹਾਂ ਕਿ ਮੈਂ ਕਿੱਦਾਂ ਅਪਲਾਈ ਕੀਤਾ ਸੀ, ਕਿਵੇਂ ਦਾ ਪ੍ਰੋਸੈਸ ਰਿਹਾ। ਸੋ ਚਲੋ ਆਪਾਂ ਸਟਾਰਟ ਕਰਦੇ ਹਾਂ। ਸੋ ਤੁਸੀਂ ਵਿਜ਼ਟਰ ਵੀਜ਼ਾ ਅਪਲਾਈ ਕਰ ਸਕਦੇ ਹੋ GCK ਦੇ ਥਰੂ ਐਂਡ IRCC ਪੋਰਟਲ ਦੇ ਥਰੂ, ਬਟ ਮੈਂ GCK ਦੇ ਥਰੂ ਕੀਤਾ ਸੀਗਾ। GCK ਦੇ ਵਿੱਚ ਆਪਾਂ ਆਪਣੀ ਫਾਈਲ ਨੂੰ ਚੰਗੀ ਤਰ੍ਹਾਂ ਪ੍ਰੈਜ਼ੈਂਟ ਕਰ ਸਕਦੇ ਹੁੰਦੇ ਹਾਂ। ਸੋ ਚਲੋ ਆਪਾਂ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਤੁਸੀਂ ਸਰਚ ਕਰ ਲਓ GCK। ਸਾਈਨ ਇਨ ਟੂ ਯੋਰ IRCC ਸਿਕਿਉਰ ਅਕਾਊਂਟ। ਫਿਰ ਇੱਥੇ ਆਪਣੇ ਕੋਲ ਸਾਈਨ ਇਨ ਦੀ ਆਪਸ਼ਨ ਆ ਅਤੇ ਕ੍ਰੀਏਟ ਐਨ ਅਕਾਊਂਟ ਦੀ ਆਪਸ਼ਨ ਆ। ਅਗਰ ਤੁਸੀਂ ਫਸਟ ਟਾਈਮ ਆਪਣੇ ਪੇਰੈਂਟਸ ਦਾ ਵਿਜ਼ਟਰ ਵੀਜ਼ਾ ਅਪਲਾਈ ਕਰ ਰਹੇ ਹੋ ਤਾਂ ਤੁਸੀਂ GCK ID ਬਣਾ ਸਕਦੇ ਹੋ ਰਜਿਸਟਰ ਕਰਕੇ। ਸੋ ਤੁਸੀਂ ਇੱਕ ਜਣੇ ਦੇ ਨਾਮ 'ਤੇ GCK ID ਬਣਾ ਸਕਦੇ ਹੋ। ਮੈਂ ਆਪਣੇ ਫਾਦਰ ਦੇ ਨਾਮ 'ਤੇ ਬਣਾਈ ਸੀ। ਸੋ ਮੈਂ ਆਲਰੇਡੀ ਸਾਈਨ ਇਨ ਕਰ ਲਿਆ ਹੈ। ਸੋ ਫਸਟ ਥਿੰਗ ਇਜ਼ ਸਟਾਰਟ ਐਨ ਐਪਲੀਕੇਸ਼ਨ ਅਪਲਾਈ ਟੂ ਕਮ ਟੂ ਕੈਨੇਡਾ 'ਤੇ ਕਲਿੱਕ ਕਰਾਂਗੇ ਆਪਾਂ। ਹਾਂਜੀ, ਇੱਥੇ ਹੈ ਪਰਸਨਲ ਰੈਫਰੈਂਸ ਕੋਡ। ਸੋ ਆਪਣੇ ਕੋਲ ਪਰਸਨਲ ਰੈਫਰੈਂਸ ਕੋਡ ਨਹੀਂ ਹੈ। ਸੋ ਵਿਜ਼ਟਰ ਵੀਜ਼ਾ ਸਟੱਡੀ ਐਂਡ ਵਰਕ ਪਰਮਿਟ 'ਤੇ ਕਲਿੱਕ ਕਰਦੇ ਹਾਂ। ਫਿਰ ਇੱਥੇ ਐਲੀਜੀਬਲ ਕੁਐਸ਼ਚਨਸ ਵਗੈਰਾ ਨੇ, ਸੋ ਆਪਾਂ ਉਹਨਾਂ ਦੇ ਆਨਸਰ ਕਰਦੇ ਹਾਂ। ਵਟ ਵੁੱਡ ਯੂ ਲਾਈਕ ਟੂ ਡੂ ਇਨ ਕੈਨੇਡਾ। ਸੋ ਆਪਣਾ ਵਿਜ਼ਿਟ ਕਰਨ ਆ ਰਹੇ ਆਪਣੇ ਪੇਰੈਂਟਸ, ਸੋ ਆਪਾਂ ਵਿਜ਼ਿਟ 'ਤੇ ਕਲਿੱਕ ਕਰਾਂਗੇ। ਸੋ ਕਿੰਨੇ ਟਾਈਮ ਲਈ ਆ ਰਹੇ ਨੇ, ਲੈਸ ਦੈਨ 6 ਮੰਥ। ਸੋ ਕੋਡ ਕਿਹੜਾ ਪਾਸਪੋਰਟ ਦਾ, ਸੋ ਹੈਗਾ ਆਪਣਾ ਇੰਡੀਆ। ਸੋ ਆਪਾਂ IND ਸਿਲੈਕਟ ਕਰਾਂਗੇ। ਅਤੇ ਮੇਰੇ ਪੇਰੈਂਟਸ ਦੀ ਕਰੰਟ ਕੰਟਰੀ ਆਫ ਰੈਜ਼ੀਡੈਂਸ ਹੈਗੀ ਆ ਇੰਡੀਆ ਐਜ਼ ਵੈਲ। ਸੋ ਆਪਾਂ ਇੰਡੀਆ 'ਤੇ ਸਿਲੈਕਟ ਕਰਾਂਗੇ। ਐਂਡ ਦੈਨ ਕਹਿ ਰਹੇ ਆ ਕਿ ਡੂ ਯੂ ਹੈਵ ਅ ਫੈਮਿਲੀ ਮੈਂਬਰ ਹੂ ਇਜ਼ ਕਨੇਡੀਅਨ ਸਿਟੀਜ਼ਨ ਔਰ ਪਰਮਾਨੈਂਟ ਰੈਜ਼ੀਡੈਂਟ ਐਂਡ ਇਜ਼ 18 ਈਅਰ ਓਲਡ। ਸੋ ਇਹ ਤੁਸੀਂ ਯੈਸ ਕਰ ਸਕਦੇ ਹੋ ਜੇ ਤੁਸੀਂ ਪਰਮਾਨੈਂਟ ਰੈਜ਼ੀਡੈਂਟ ਹੋ ਅਤੇ ਸਿਟੀਜ਼ਨ ਹੋ। ਪਰ ਤੁਸੀਂ ਪਹਿਲਾਂ ਯੈਸ ਕਰਨ ਤੋਂ ਪਹਿਲਾਂ ਫੈਮਿਲੀ ਮੈਂਬਰ ਦੀ ਡੈਫੀਨੇਸ਼ਨ ਦੇਖ ਲਓ IRCC ਦੇ ਅਕੋਰਡਿੰਗ। ਸੋ ਅਗਰ ਤੁਸੀਂ ਸਪਾਊਸ ਹੋ ਜਾਂ ਫਿਰ ਡਿਪੈਂਡੈਂਟ ਚਿਲਡਰਨ ਹੋ, ਸੋ ਡਿਪੈਂਡੈਂਟ ਚਿਲਡਰਨ ਕਿਹੜਾ ਹੁੰਦਾ ਹੈ IRCC ਦੇ ਅਕੋਰਡਿੰਗ। ਸੋ a child who is under 22 year of age and is unmarried। ਸੋ ਅਗਰ ਤੁਸੀਂ ਅਨਮੈਰਿਡ ਹੋ ਅਤੇ 22 ਈਅਰ ਦੀ ਏਜ ਆ ਤੁਹਾਡੀ ਤਾਂ ਤੁਸੀਂ ਯੈਸ ਕਰ ਸਕਦੇ ਹੋ ਇਹ ਕੁਐਸਚਨ ਨੂੰ, ਅਦਰਵਾਈਜ਼ ਨੋ। ਸੋ ਮੇਰੇ ਕੇਸ 'ਚ ਮੈਂ ਨੋ ਕਰੂੰਗੀ। ਡੇਟ ਆਫ ਬਰਥ, ਸੋ ਇੱਥੇ ਤੁਸੀਂ ਡੇਟ ਆਫ ਬਰਥ ਫਿਲ ਕਰਨਾ ਆਪਣੇ ਫਾਦਰ ਦਾ। ਸੋ ਤੁਸੀਂ ਪਾਸਪੋਰਟ ਦੇ ਅਕੋਰਡਿੰਗ ਡੇਟ ਆਫ ਬਰਥ ਫਿਲ ਕਰਨੀ ਆ। And have you lived in Canada as a permanent resident or landed immigrant? So ਮੇਰੇ ਪੇਰੈਂਟਸ ਫਸਟ ਟਾਈਮ ਆ ਰਹੇ ਆ, ਸੋ ਮੈਂ ਇਹਨੂੰ ਨੋ ਕਰੂੰਗੀ। ਆਂਸਰ ਨੋ ਹੋਏਗਾ ਇਹਦਾ। ਫਿਰ ਇਹ ਕਹਿ ਰਹੇ ਕਿ ਤੁਸੀਂ ਪਰਮਾਨੈਂਟ ਰੈਜ਼ੀਡੈਂਟ ਹੋ ਯੂਨਾਈਟਡ ਸਟੇਟ ਦੇ, ਨਹੀਂ ਜੀ। ਐਂਡ ਦੈਨ ਮੈਰਿਟਲ ਸਟੇਟਸ ਫਾਦਰ ਦਾ, ਸੋ ਮੈਰਿਡ। ਪ੍ਰੋਵਿੰਸ ਕਿਹੜੀ ਚਾਹੁੰਣਾ ਉਹਨਾਂ ਨੇ, BC ਚਾਹੁੰਣਾ, ਬਿਕਾਜ਼ ਮੈਂ BC 'ਚ ਹਾਂ ਜੀ। ਐਂਡ ਫਿਰ ਆਪਣੇ ਕੋਲ ਇਹ ਰਿਜ਼ਲਟ ਕਰੇਗਾ ਕਿ ਤੁਸੀਂ ਵਿਜ਼ਟਰ ਵੀਜ਼ੇ ਲਈ ਐਲੀਜੀਬਲ ਹੋ, ਤੁਸੀਂ ਵਿਜ਼ਟਰ ਵੀਜ਼ਾ ਅਪਲਾਈ ਕਰ ਸਕਦੇ ਹੋ ਅੰਡਰ 6 ਮੰਥ। ਸੋ ਵੀ ਵਿਲ ਕੰਟੀਨਿਊ। ਐਂਡ ਮੇਨ ਪਰਪਜ਼ ਕੀ ਆ ਤੁਹਾਡੀ ਵਿਜ਼ਿਟ ਦਾ। ਮਾਈ ਕੇਸ ਮੇਰੇ ਪੇਰੈਂਟਸ ਮੈਨੂੰ ਵਿਜ਼ਿਟ ਕਰਨ ਆ ਰਹੇ ਆ, ਸੋ ਆਈ ਵਿਲ ਸਿਲੈਕਟ ਟੂ ਵਿਜ਼ਿਟ ਫੈਮਿਲੀ ਐਂਡ ਫਰੈਂਡ। ਐਂਡ ਕੀ ਤੁਹਾਡੇ ਕੋਲ ਕਹਿੰਦੇ ਪ੍ਰੂਫ ਹੈਗਾ ਤੁਹਾਡੀ ਰਿਲੇਸ਼ਨਸ਼ਿਪ ਦਾ। ਸੋ ਇੱਥੇ ਤੁਸੀਂ ਯੈਸ ਕਰ ਸਕਦੇ ਹੋ ਕਿਉਂਕਿ ਆਪਾਂ ਆਪਣਾ ਪਾਸਪੋਰਟ ਅਟੈਚ ਕਰਦੇ ਹਾਂ ਜਿੱਥੇ ਆਪਣੇ ਪੇਰੈਂਟਸ ਦਾ ਨਾਮ ਹੁੰਦਾ ਆ, ਅਤੇ ਨਹੀਂ ਤੁਸੀਂ ਬਰਥ ਸਰਟੀਫਿਕੇਟ ਵੀ ਯੂਜ਼ ਕਰ ਸਕਦੇ ਹੋ। ਸੋ ਇਹ ਸਾਰੇ ਕੁਐਸਚਨਸ ਮੇਰੇ ਫਾਦਰ ਲਈ ਨੇ। ਇਹ ਕੁਐਸਚਨ ਹੈ ਕਿ ਡੂ ਯੂ ਹੈਵ ਅ ਜੋਬ ਇਨ ਦਾ ਕੰਟਰੀ ਵੇਅਰ ਯੂ ਕਰੰਟਲੀ ਲਿਵ। ਸੋ ਮੇਰੇ ਫਾਦਰ ਜੋਬ ਨਹੀਂ ਕਰਦੇ, ਸੋ ਆਪਾਂ ਨੋ ਕਰਾਂਗੇ। ਐਂਡ ਡੂ ਯੂ ਓਨ ਅ ਬਿਜ਼ਨਸ ਇਨ ਦਾ ਕੰਟਰੀ ਵੇਅਰ ਯੂ ਕਰੰਟਲੀ ਲਿਵ। ਸੋ ਮੇਰੇ ਫਾਦਰ ਫਾਰਮਿੰਗ ਕਰਦੇ ਨੇ, ਸੋ ਆਪਾਂ ਇਹਦੇ ਵਿੱਚ ਆਨਸਰ ਯੈਸ ਕਰਾਂਗੇ। ਅਗਰ ਤੁਹਾਡੇ ਪੇਰੈਂਟਸ ਕੋਈ ਹੋਰ
ਬਿਜ਼ਨਸ ਕਰਦੇ ਹੋ ਤਾਂ ਵੀ ਤੁਸੀਂ ਯੈਸ ਕਰ ਸਕਦੇ ਹੋ। ਡੂ ਯੂ ਡਿਪੈਂਡ ਔਨ ਸਮਨ ਫॉर ਅ ਫਾਈਨੈਂਸ਼ੀਅਲ ਸਪੋਰਟ, ਕੀ ਤੁਸੀਂ ਕਹਿੰਦੇ ਫਾਈਨੈਂਸ਼ੀਅਲ ਸਪੋਰਟ ਲਈ ਡਿਪੈਂਡ ਕਰਦੇ ਹੋ ਕਿਸੇ ਤੇ? ਸੋ ਨੋ ਇਨ ਦਿਸ ਕੇਸ। ਐਂਡ ਹੈਵ ਯੂ ਟਰੈਵਲ ਟੂ ਅਦਰ ਕੰਟਰੀਜ਼ ਇਨ ਦ ਪ੍ਰੀਵੀਅਸ 10 ਈਅਰਸ। ਸੋ ਅਗਰ ਤੁਹਾਡੇ ਪੇਰੈਂਟਸ ਨੇ ਕਿਸੇ ਹੋਰ ਕੰਟਰੀ 'ਚ ਟਰੈਵਲ ਕੀਤਾ ਹੈ ਤਾਂ ਤੁਸੀਂ ਯੈਸ ਕਰ ਦਿਓ, ਅਦਰਵਾਈਜ਼ ਨੋ। ਮੇਰੇ ਕੇਸ 'ਚ ਨੋ ਹੈ। नेक्स्ट है, आर यू accompanying a family member that has a status in Canada or has recently been approved to come to Canada। ਸੋ ਇਹਦਾ ਮਤਲਬ ਇਹ ਹੈ ਜੀ, ਇਹ ਕਹਿ ਰਹੇ ਨੇ ਕਿ ਕੀ ਤੁਹਾਡੇ ਨਾਲ ਕੋਈ ਫੈਮਿਲੀ ਮੈਂਬਰ ਆ ਰਹੇ ਆ ਜਿਨ੍ਹਾਂ ਦਾ ਆਲਰੇਡੀ ਸਟੇਟਸ ਹੈਗਾ ਕੈਨੇਡਾ ਦੇ ਵਿੱਚ ਜਾਂ ਫਿਰ ਉਹਨਾਂ ਦਾ ਅਪਰੂਵ ਹੋਇਆ। ਫੋਰ ਐਗਜ਼ਾਮਪਲ ਕਿ ਤੁਸੀਂ ਆਪਣੇ ਮੰਮੀ ਦਾ ਪਹਿਲਾਂ ਕਰਤਾ ਸੀ ਅਤੇ ਪਾਪਾ ਦਾ ਬਾਅਦ 'ਚ ਕਰ ਰਹੇ ਹੋ ਅਤੇ ਮੰਮੀ ਨੇ ਵੀ ਨਾਲ ਹੀ ਆਉਣਾ ਫਾਦਰ ਦੇ, ਸੋ ਤਾਂ ਤੁਸੀਂ ਇਹ 'ਤੇ ਯੈਸ ਕਰ ਸਕਦੇ ਹੋ, ਅਦਰਵਾਈਜ਼ ਨੋ, ਕਿਉਂਕਿ ਮੈਂ ਇਕੱਠਿਆਂ ਦਾ ਅਪਲਾਈ ਕਰ ਰਹੀ ਹਾਂ, ਦੋਨਾਂ ਦਾ, ਮੰਮੀ ਅਤੇ ਡੈਡੀ ਦਾ, ਸੋ ਤਾਂ ਕਰਕੇ ਮੈਂ ਇਹਨੂੰ ਨੋ ਕਰੂੰਗੀ। ਕਹਿੰਦੇ ਤੁਸੀਂ ਕੋਈ ਕ੍ਰਾਈਮ ਕੀਤਾ? ਨੋ। ਮੈਡੀਕਲ ਪਰਫੋਰਮ ਕਰਵਾਇਆ? ਨੋ। ਐਂਡ ਕਹਿੰਦੇ ਤੁਸੀਂ ਫੈਮਿਲੀ ਮੈਂਬਰ ਲਈ ਵੀ ਐਪਲੀਕੇਸ਼ਨ ਸਬਮਿਟ ਕਰਨੀ ਆ? ਹਾਂਜੀ, ਮੈਂ ਆਪਣੇ ਮਦਰ ਲਈ ਕਰਨੀ ਆ। ਸੋ ਹੁਣ ਨੈਕਸਟ ਸਾਰੇ ਸਟੈਪ ਮੇਰੇ ਮਦਰ ਲਈ ਹੋਣਗੇ। ਸੋ ਇਹ ਕਹਿ ਰਹੇ ਆ ਕਿ ਜੇ ਤੁਸੀਂ ਇੱਕ ਤੋਂ ਜ਼ਿਆਦਾ ਫੈਮਿਲੀ ਮੈਂਬਰ ਲਈ ਐਪਲੀਕੇਸ਼ਨ ਸਬਮਿਟ ਕਰਨੀ ਆ ਤਾਂ ਤੁਸੀਂ ਸਪਾਊਸ ਦੇ ਨਾਲ ਸਟਾਰਟ ਕਰੋ। ਸੋ ਹੁਣ ਇਹ ਸਾਰੇ ਜਿਹੜੇ ਆਨਸਰ ਨੇ ਉਹ ਮੇਰੇ ਮਦਰ ਦੇ ਲਈ ਨੇ, ਸੋ ਆਪਾਂ ਮਦਰ ਦੇ ਅਕੋਰਡਿੰਗ ਕਰਾਂਗੇ ਆਨਸਰ। ਵਟ ਕੰਟਰੀ ਡਜ਼ ਯੂਅਰ ਫੈਮਿਲੀ ਮੈਂਬਰ ਲਿਵ ਇਨ? ਸੋ ਮੇਰੇ ਮਦਰ ਵੀ ਇੰਡੀਆ 'ਚ ਹੀ ਰਹਿੰਦੇ ਨੇ ਜੀ, ਆਪਾਂ ਇੰਡੀਆ ਸਿਲੈਕਟ ਕਰਾਂਗੇ ਇੱਥੇ। ਐਂਡ ਕਹਿੰਦੇ ਉਹਨਾਂ ਦਾ ਪਾਸਪੋਰਟ ਕਿਹੜਾ ਹੈ? ਉਹ ਵੀ ਇੰਡੀਆ ਦਾ ਹੀ ਆ ਜੀ, ਸੋ ਆਪਾਂ IND ਕਰਾਂਗੇ। ਕਹਿੰਦੇ ਤੁਹਾਡਾ ਫੈਮਿਲੀ ਮੈਂਬਰ ਜਿਹੜਾ ਪਰਮਾਨੈਂਟ ਰੈਜ਼ੀਡੈਂਟ ਹੈਗਾ ਯੂਨਾਈਟਿਡ ਸਟੇਟ ਦਾ? ਨੋ। ਐਂਡ ਕਹਿੰਦੇ ਤੁਹਾਡੇ ਫੈਮਿਲੀ ਮੈਂਬਰ ਦਾ ਸਟੇਟਸ ਕੀ ਆ? ਸੋ ਮੀਨਸ ਮਦਰ ਦਾ ਸਟੇਟਸ, ਸੋ ਮੈਰਿਡ ਨੇ। ਐਂਡ ਦੈਨ ਮਦਰ ਦੀ ਡੇਟ ਆਫ ਬਰਥ ਤੁਸੀਂ ਫਿਲ ਕਰਨੀ ਹੈ। ਇਹ ਤੁਸੀਂ ਆਪਣੇ ਪਾਸਪੋਰਟ ਦੇ ਅਕੋਰਡਿੰਗ ਫਿਲ ਕਰ ਸਕਦੇ ਹੋ। ਸੋ ਮੈਂ ਜਸਟ ਰੈਂਡਮ ਨੰਬਰ ਸਿਲੈਕਟ ਕਰ ਰਹੀ ਹਾਂ। ਐਂਡ ਕਹਿੰਦੇ ਤੁਹਾਡੇ ਜਿਹੜੇ ਫੈਮਿਲੀ ਮੈਂਬਰ ਆ ਉਹਨਾਂ ਨੇ ਕਿੱਥੇ ਆਉਣਾ? ਉਹਨਾਂ ਨੇ ਵੀ BC 'ਚ ਹੀ ਆਉਣਾ ਜੀ। ਸੋ ਵਾਈ ਇਜ਼ ਯੂਅਰ ਫੈਮਿਲੀ ਮੈਂਬਰ ਵਿਜ਼ਿਟਿੰਗ ਕੈਨੇਡਾ? ਕਹਿੰਦੇ ਤੁਹਾਡਾ ਫੈਮਿਲੀ ਮੈਂਬਰ ਵਿਜ਼ਿਟ ਕਿਉਂ ਕਰ ਰਿਹਾ ਕੈਨੇਡਾ? ਸੋ ਇੱਥੇ ਉਹ ਵਾਲੀ ਆਪਸ਼ਨ ਹੈ ਨਹੀਂ ਕਿ ਫੈਮਿਲੀ ਜਾਂ ਫਰੈਂਡ ਵਾਲੀ, ਸੋ ਆਪਾਂ ਇੱਥੇ ਸਿਲੈਕਟ ਕਰਾਂਗੇ ਵਿਜ਼ਿਟ ਆਲ ਅਦਰ ਟਾਈਪ। ਐਂਡ ਕਹਿੰਦੇ ਤੁਸੀਂ ਫੈਮਿਲੀ ਮੈਂਬਰ ਵਾਂਟ ਟੂ ਅਪਲਾਈ ਫॉर ਪੇਰੈਂਟ ਐਂਡ ਗ੍ਰੈਂਡ ਪੇਰੈਂਟ ਸੁਪਰਵਾਈਜ਼ਰ? ਨੋ। ਕਹਿੰਦੇ ਫੈਮਿਲੀ ਮੈਂਬਰ ਨੇ ਕੋਈ ਕ੍ਰਾਈਮ ਕੀਤਾ? ਨੋ। ਫੈਮਿਲੀ ਮੈਂਬਰ ਨੇ ਮੈਡੀਕਲ ਐਗਜ਼ਾਮ ਕਰਵਾਇਆ? ਨੋ। ਫੈਮਿਲੀ ਮੈਂਬਰ ਨੇ ਫਿੰਗਰਪ੍ਰਿੰਟ ਦਿੱਤੇ ਆ? ਨਹੀਂ ਜੀ, ਦਿੱਤੇ ਨਹੀਂ। ਸੋ ਕਹਿੰਦੇ ਫੀਸ ਕੌਣ ਪੇ ਕਰੂ ਫੈਮਿਲੀ ਮੈਂਬਰ ਲਈ? ਅਸੀਂ ਹੀ ਕਰਾਂਗੇ ਜੀ। ਯੈਸ, ਆਈ ਵਿਲ ਬੀ ਪੇਇੰਗ ਫੀਸ। ਨੈਕਸਟ ਕਹਿੰਦੇ ਕਿਸੇ ਹੋਰ ਫੈਮਿਲੀ ਮੈਂਬਰ ਲਈ ਐਪਲੀਕੇਸ਼ਨ ਕਰਨੀ ਆ? ਨਹੀਂ, ਮੈਂ ਨਹੀਂ ਕਰਨੀ, ਸੋ ਮੈਂ ਨੋ ਸਿਲੈਕਟ ਕਰੂੰਗੀ ਕਿਉਂਕਿ ਮੈਂ ਆਪਣੇ ਮੰਮੀ ਅਤੇ ਡੈਡੀ ਦਾ ਹੀ ਕਰਨਾ ਆ। ਐਂਡ ਆਰ ਯੂ ਗਿਵਿੰਗ ਸਮਵਨ ਐਕਸੈਸ ਟੂ ਯੂਅਰ ਐਪਲੀਕੇਸ਼ਨ? ਸੋ ਇਹਦੇ ਵਿੱਚ ਇਹ ਆ ਕਿ ਤੁਸੀਂ ਆਪਣੀ ਐਪਲੀਕੇਸ਼ਨ ਦੀ ਕਿਸੇ ਨੂੰ ਐਕਸੈਸ ਦੇ ਰਹੇ ਹੋ। ਹਾਂਜੀ, ਮੈਂ ਰਿਪਰਜੈਂਟੇਟਿਵ ਹਾਂ ਆਪਣੇ ਮੰਮੀ ਡੈਡੀ ਦੀ ਫਾਈਲ ਦੀ, ਸੋ ਮੈਂ ਤਾਂ ਕਰਕੇ ਹੀ ਸਿਲੈਕਟ ਕੀਤਾ ਆ। ਐਂਡ ਨੈਕਸਟ ਕੁਐਸਚਨ ਹੋਏਗਾ ਕਿ ਤੁਹਾਡੇ ਰਿਪਰਜੈਂਟੇਟਿਵ ਨੇ ਤੁਹਾਨੂੰ ਸਬਮਿਸ਼ਨ ਲੈਟਰ ਦਿੱਤਾ ਆ। ਸੋ ਇਹ ਕੁਐਸਚਨ ਹੁੰਦਾ ਹੈ ਜਿਹੜੇ ਪੇਡ ਹੁੰਦੇ ਨੇ, ਪੇਡ ਰਿਪਰਜੈਂਟੇਟਿਵ। ਸੋ ਆਪਾਂ ਫੈਮਿਲੀ ਜਾਂ ਫਰੈਂਡ ਵਾਲੇ ਆ, ਸੋ ਤਾਂ ਕਰਕੇ ਆਪਾਂ ਨੋ ਕਰਾਂਗੇ ਇਹਦਾ ਆਨਸਰ। ਐਂਡ ਇਨ ਦਾ ਪਾਸਟ 10 years ਹੈਵ ਯੂ ਗਿਵਨ ਯੂਅਰ ਫਿੰਗਰਪ੍ਰਿੰਟ? ਸੋ ਇਹ ਕਹਿੰਦੇ ਤੁਸੀਂ ਫਿੰਗਰਪ੍ਰਿੰਟ ਦਿੱਤੇ ਆ? ਨੋ। ਐਂਡ ਕਹਿੰਦੇ ਫੀਸ ਹੋਏਗੀ, ਉਹ ਕੌਣ ਪੇ ਕਰੂ? ਅਸੀਂ ਪੇ ਕਰਨੀ ਆ ਜੀ। ਡਿਜੀਟਲ ਕਾਪੀ ਕਹਿੰਦੇ ਤੁਸੀਂ ਬਣਾ ਸਕਦੇ ਹੋ? ਹਾਂਜੀ, ਆਈਫੋਨ ਦੇ ਨਾਲ ਬਣਾ ਸਕਦੇ ਹਾਂ ਡਿਜੀਟਲ ਕਾਪੀ ਡਾਕੂਮੈਂਟਸ ਦੀ। ਕਹਿੰਦੇ ਐਪਲੀਕੇਸ਼ਨ ਫੀਸ ਤੁਸੀਂ ਔਨਲਾਈਨ ਪੇ ਕਰੋਗੇ ਮਾਸਟਰ ਕਾਰਡ ਦੇ ਨਾਲ? ਹਾਂਜੀ, ਮਾਸਟਰ ਕਾਰਡ ਦੇ ਨਾਲ ਹੀ ਕਰਾਂਗੇ।
सो हुण अपने कोले ये सारे आंसर रिव्यू योर आंसर इत्थे तुसीं रिव्यू कर सकते हो अपने आंसर, तो अगर कोई एरर आ तो तुसीं एडिट कर सकते हो इत्थों। तो रिव्यू करन तो बाद आपां जी कंटिन्यू कर लेना है। सो इत्थे अपने कोले सारे स्टैप आ जाएंगे कि किद्दां किद्दां तुसीं अपनी एप्लीकेशन सबमिट करनी आ, ते तुहाडे कोले 60 डेज़ होणगे अपनी एप्लीकेशन सबमिट करन नूं। एंड तुसीं PDF बनाने आ ਜਿਹੜੇ ਵੀ ਡਾਕੂਮੈਂਟ ਅਪਲੋਡ ਕਰਨੇ ਆ, ਅਤੇ ਮੈਕਸੀਮਮ ਸਾਈਜ਼ ਹੈਗਾ ਜਿਹੜਾ ਉਹ ਇੱਕ ਫਾਈਲ ਦੇ ਲਈ 4 MB ਆ। ਸੋ ਅਗਰ ਤੁਹਾਡਾ ਫਾਈਲ ਦਾ ਸਾਈਜ਼ ਜ਼ਿਆਦਾ ਹੈ ਤਾਂ ਤੁਸੀਂ ਕੰਪਰੈਸ ਕਰ ਸਕਦੇ ਹੋ ਇੱਥੇ ਆਹ ਵਾਲੀ ਇੱਕ ਵੈਬਸਾਈਟ 'ਤੇ ਜਾ ਕੇ ਆਈ ਲਵ PDF 'ਤੇ। ਸੋ ਇੱਥੇ ਤੁਸੀਂ ਮਰਜ ਕਰ ਸਕਦੇ ਹੋ ਆਪਣੇ PDF ਨੂੰ, ਸਪਲਿਟ ਕਰ ਸਕਦੇ ਹੋ, ਕੰਪਰੈਸ ਕਰਦੇ ਹੋ, ਇੱਥੇ ਅਪਲੋਡ ਕਰ ਲਓ। ਐਂਡ ਇਟਸ ਅ ਵੈਰੀ ਯੂਜ਼ਫੁਲ ਵੈਬਸਾਈਟ। ਐਂਡ ਦੈਨ ਜੀ ਆਪਾਂ ਕੰਟੀਨਿਊ ਕਰਦੇ ਹਾਂ फिर अपने को सारी चैकलिस्ट आ जाएगी कि किहड़े आप फॉर्म फिल करने आ। सो IMM 5257 फॉर्म है, ये तुसी दोनों के लिए फिल करना है। सो आ सारे उपर वाले डॉकूमेंट प्रिंसीपल एप्लीकेंट दे ने, जानी कि फादर दे ने। एंड दैन फिर उस तो बाद हैगा आ वाले डॉकूमेंट ये है ने मदर दे। सो इत्थे तुसी मदर लिए फॉर्म फिल करना, तो बाकी होर जिहड़े डॉकूमेंट ने वो फिल करने आ। एंड दैन ये फिर अपनी $370 फीस होएगी, तो ये तुसी फीस पे करके अपनी एप्लीकेशन सबमिट कर सकते हो सारे डॉकूमेंट अपलोड करन तो बाद। हाँ जी, हुण आपां गल करदे हां किहड़े डॉकूमेंट आपां अपलोड करने आ। सो पासपोर्ट प्रिंसीपल एप्लीकेंट दा फस्ट एंड लास्ट पेज की स्कैन करनी है, जे कोई स्टैंप आ तो वो भी। इनविटेशन लैटर का मैं सैंपल डिस्क्रिप्शन बॉक्स दे विच मैंशन कर दूँगी, तुसीं उत्थे जाके देख सकते हो। प्लस नाल ही तुसीं अपना स्टेटस दा प्रूफ भी अपलोड करना है। सो मीनस तुसीं एक PDF बना सकते हो। अगर स्टडी परमिट ते हो तो स्टडी परमिट, अगर वर्क ते हो तो वर्क परमिट, अगर PR हो तो PR कार्ड। तो फिर है प्रूफ ऑफ फाइनैंशियल सपोर्ट मीनस प्रूफ ऑफ फंड्स। सो मैं फादर की बैंक स्टेटमेंट लगाई सी एंड मदर की फिक्स डिपॉजिट सी। सो बट एक लैटर भी लिया सी बैंक तो जिहड़ा ये कह रहा कि जिहड़े फिक्स डिपॉजिट ने वो रेडली अवेलेबल ने। एंड इनकम टैक्स रिटर्न सी, CA रिपोर्ट सी ते वैल्यूएशन सर्टिफिकेट सी। फिर मैरिज लाइसेंस ऑफ सर्टिफिकेट दे विच बोथ एप्लीकेंट पासपोर्ट सी, दोनों के पासपोर्ट दे मैं पेज स्कैन किए सी जिथे मदर ते फादर का नाम होवे एक दूजे के पासपोर्ट ते। प्लस एक छोटा जिहा मैं लैटर लाया सी स्टेटिंग दैट पासपोर्ट शोइंग ईच अदर्स नेम, वो भी मैं सैंपल शो कर दूँगी थोनों। तो डिजिटल फोटो से डिजिटल फोटो दी सारियां रिक्वायरमेंट्स वगैरह मैंशन कीतियां हुंदियां ने साइट ते, वो तुसीं उत्थे देख सकते हो। परपज़ ऑफ ट्रैवल, सो ये लैटर ऑफ एक्सप्लेनेशन सी, ये लैटर भी मैं सैंपल अटैच कर दूँगी। एंड दैन प्रूफ ऑफ रिलेशनशिप, ये थोड़े डॉकूमेंट लगने आ। मीनस अगर थोड़ा बर्थ सर्टिफिकेट है तो वो, अदरवाइज तुसी पासपोर्ट के सारे पेज वगैरह स्कैन कर सकते हो, जे कोई स्टैंप हो भी। तो अगर तुसी मैरिड हो, मतलब दोनों जने स्पॉन्सर कर रहे हो हसबैंड ते वाइफ, तो तुसी मैरिज सर्टिफिकेट भी नाल अटैच कर सकते हो। फिर आया बिजनेस रजिस्ट्रेशन दे विच, अगर तुहाडा कोई बिजनेस है तो तुसी बिजनेस लाइसेंस अपना अपलोड कर सकते हो इत्थे। नहीं तुसी अगर खेती करते हो पेरेंट्स तो फिर J फॉर्म अटैच कर सकते हो। फिर ऑप्शनल डॉकूमेंट दे विच क्लाइंट इनफॉर्मेशन दे विच तुसी अपने डॉकूमेंट अपलोड कर सकते हो। सपोर्टिंग डॉकूमेंट नेम करके एम्प्लॉयमेंट लैटर हो गया, पे स्टब हो गया, लास्ट 3 बैंक स्टेटमेंट हो गई, तो इनकम टैक्स रिटर्न हो गई मीनस NOA नोटिस ऑफ असैसमेंट, तो प्रूफ ऑफ एड्रैस जिमें कि BCID और ड्राइविंग लाइसेंस। तो मदर के डॉकूमेंट ने आ 2 फॉर्म ने, डिजिटल फोटो ते पासपोर्ट के भी सेम सारे पेज तुसी स्कैन करने। हाँ जी, थैंक यू।